students, today we are going to practice some numericals based on chapter electromagnetic induction and alternating currents. Firstly, read the statement. The magnetic flux through a coil perpendicular to its plane and directed into paper is varying according to the relation phi is equal to 5t square plus 10t plus 5 milli Weber. Calculate the EMF induced in the loop at statement पूरी करनी है at t इज़ इक्वल टू 5 ਸੈਕਿੰਡ। ਆਪਣੇ ਕੋਲ ਕੋਇਲ ਦੇ ਵਿੱਚ ਮੈਗਨੈਟਿਕ ਫਲਕਸ ਹੈ ਤੇ ਉਹ ਕਿਸ ਰਿਲੇਸ਼ਨ ਦੇ ਅਕੋਰਡਿੰਗ ਵੇਰੀ ਕਰ ਰਿਹਾ ਆ ਦਿੱਤਾ ਹੋਇਆ phi ਇਜ਼ ਇਕੁਅਲ ਟੂ 5t ਸਕੁਅਰ ਪਲੱਸ 10t ਪਲੱਸ 5 ਮਿਲੀ ਵੈਬਰ। ਹੁਣ ਆਪਾਂ ਨੇ EMF ਇੰਡਿਊਸ ਜਿਹੜੀ ਹੋਈ ਹੈ ਉਸ ਕੋਇਲ ਦੇ ਵਿੱਚ ਉਹ ਫਾਈਂਡ ਕਰਨੀ ਹੈ ਕਿੱਥੇ ਐਟ t ਇਜ਼ ਇਕੁਅਲ ਟੂ 5 ਸੈਕਿੰਡ। ਫਸਟਲੀ 5 ਦਿੱਤਾ ਹੋਇਆ 5t ਸਕੁਅਰ ਪਲੱਸ 10t ਪਲੱਸ 5 ਮਿਲੀ ਵੈਬਰ। ਇਹਨੂੰ ਵੈਬਰ ਦੇ ਵਿੱਚ ਕੀ ਕਰ ਲਿਆ ਆਪਾਂ ਨੇ ਕਨਵਰਟ ਕਿਵੇਂ ਕੀਤਾ ਹੈ ਇਨਟੂ 10 ਰੇਜ਼ ਟੂ ਪਾਵਰ -3। ਹੁਣ ਇੰਡਿਊਸਡ EM ਦਾ ਫਾਰਮੂਲਾ ਹੁੰਦਾ E ਇਜ਼ ਇਕੁਅਲ ਟੂ ਮਾਈਨਸ ਡੀ ਫਾਈ ਅਪੋਨ dt, ਬਟ ਆਪਾਂ ਇੱਥੇ ਨੈਗੇਟਿਵ ਸਾਈਨ ਨਹੀਂ ਲਵਾਂਗੇ, ਸਿਰਫ ਉਹਦਾ ਕੀ ਲਵਾਂਗੇ ਮੈਗਨੀਟਿਊਡ। ਫਾਈ ਦੀ ਵੈਲਿਊ ਪੁੱਟ ਕੀਤੀ ਤੇ ਉਸ ਤੋਂ ਬਾਅਦ ਆਪਾਂ ਇਹਦਾ ਵਿਦ ਰਿਸਪੈਕਟ ਟੂ ਟੀ ਕੀ ਕੀਤਾ ਡੈਰੀਵੇਟਿਵ ਕਿਵੇਂ ਕੀਤਾ। ਦੇਖੋ ਪਾਵਰ ਰਾਜੇ ਅੱਗੇ ਆ ਜਾਂਦੀ ਹੁੰਦੀ ਹੈ, ਇੱਕ ਪਾਵਰ ਘੱਟ ਅੱਗੇ ਆ ਕੇ ਕੀ ਹੋ ਜੂਗੀ ਉਹ ਮਲਟੀਪਲਾਈ 10t ਦਾ ਓਨਲੀ 10 ਕੌਨਸਟੈਂਟ ਦਾ 0 ਇੰਟੂ 10 ਰੇਜ਼ ਟੂ ਪਾਵਰ -3। ਹੁਣ ਕਿੱਥੇ ਗਿਆ ਸੀ ਸਟੇਟਮੈਂਟ ਦੇ ਵਿੱਚ ਐਟ t ਇਕੁਅਲ ਟੂ 5 ਸੈਕਿੰਡ ਪੁੱਟ ਕਰ ਦੋ। E ਇਜ਼ ਇਕੁਅਲ ਟੂ 10 ਇੰਟੂ 5 ਪਲੱਸ 10 ਇੰਟੂ 10 ਰੇਜ਼ ਟੂ ਪਾਵਰ -3 ਕਿੰਨਾ ਹੋ ਜੂਗਾ 50 ਪਲੱਸ 10 60 ਇੰਟੂ 10 ਰੇਜ਼ ਟੂ ਪਾਵਰ -3 ਇਜ਼ ਇਕੁਅਲ ਟੂ 0.06 ਵੋਲਟ। ਇਹ ਆ ਗਈ ਆਪਣੀ ਇੰਡਿਊਸਡ EMF ਜਿਹੜੀ ਆਪਾਂ ਨੇ ਫਾਈਂਡ ਕਰਨੀ ਸੀ। ਸੈਕਿੰਡ ਹੈ ਰਾਜੀ ਫਾਈਂਡ ਦਾ ਚੇਂਜ ਇਨ ਕਰੰਟ। ਚੇਂਜ ਇਨ ਕਰੰਟ ਫਾਈਂਡ ਕਰ ਲਿਆ ਮਤਲਬ ਕਿ DI। ਇਹ ਕੀ ਕਰਨਾ ਆਪਾਂ ਨੇ ਫਾਈਂਡ ਇਨ ਐਨ ਇੰਡਕਟਰ ਆਫ 10H। ਜੀ ਇੰਡਕਟਰ ਹੈ ਜਿਹਦੀ ਇੰਡਕਟੈਂਸ ਕਿੰਨੀ ਹੈ ਮਤਲਬ ਕਿ ਆਪਾਂ ਨੂੰ ਕੀ ਦਿੱਤਾ ਹੋਇਆ ਰਾਜੇ L ਦਿੱਤਾ ਹੋਇਆ L ਇਜ਼ ਇਕੁਅਲ ਟੂ 10H। in which EMF induced is 300 volt into in 10 raised to power -2 second। ਆਪਾਂ ਨੇ ਕਰੰਟ ਚੇਂਜ ਇਨ ਕਰੰਟ ਫਾਈਂਡ ਕਰਨਾ ਹੈ। ਇੰਡਕਟਰ ਲੱਗਿਆ ਹੋਇਆ ਜਿਹਦੀ ਇੰਡਕਟੈਂਸ ਹੈ 10 ਹੈਨਰੀ ਤੇ ਉਸ ਦੇ ਵਿੱਚ EMF ਕਿੰਨੀ ਇੰਡਿਊਸ ਹੋ ਰਹੀ ਹੈ 300 ਵੋਲਟ ਕਿੰਨੇ ਟਾਈਮ ਦੇ ਵਿੱਚ 10 ਰੇਜ਼ ਟੂ ਪਾਵਰ -2 ਸੈਕਿੰਡ ਦੇ ਵਿੱਚ। ਹੁਣ ਆਪਣੇ ਕੋਲ E ਕਿੰਨਾ ਦਿੱਤਾ ਹੋਇਆ ਇੱਥੇ 300 ਵੋਲਟ ਕਿੰਨੇ ਟਾਈਮ ਦੇ ਵਿੱਚ ਉਹ ਹੋ ਰਹੀ ਹੈ T ਦਿੱਤਾ ਹੋਇਆ 10 ਰੇਜ਼ ਟੂ ਪਾਵਰ -2 ਸੈਕਿੰਡ ਤੇ ਲਾਸਟ ਚੋਂ ਆਪਾਂ ਨੂੰ ਆਲਸੋ ਕਿਹਾ ਆਲਸੋ ਫਾਈਂਡ ਦਾ ਚੇਂਜ ਇਨ ਮੈਗਨੈਟਿਕ ਫਲਕਸ। ਹੋਰ ਆਪਾਂ ਨੇ ਕੀ ਫਾਈਂਡ ਕਰਨਾ ਹੈ ਚੇਂਜ ਇਨ ਮੈਗਨੈਟਿਕ ਫਲਕਸ। ਦਿੱਤਾ ਕੀ ਕੁਝ ਹੋਇਆ ਹੈ ਇੰਡਕਟਰ ਦੀ ਇੰਡਕਟੈਂਸ ਦਿੱਤੀ ਹੋਈ ਹੈ, ਇੰਡਿਊਸਡ EMF ਦਿੱਤੀ ਹੋਈ ਹੈ, ਚੇਂਜ ਇਨ ਟਾਈਮ ਦਿੱਤਾ ਹੋਇਆ ਹੈ, ਡੀ ਫਾਈ ਐਂਡ DI ਆਪਾਂ ਨੇ ਕੀ ਕਰਨਾ ਹੈ ਫਾਈਂਡ ਕਰਨਾ ਹੈ। ਕਿਹੜੇ ਕਿਹੜੇ ਫਾਰਮੂਲਾਜ਼ ਯੂਜ਼ ਹੋਣਗੇ ਰਾਜੀ ਇਹਦੇ ਵਿੱਚ ਆਪਣੇ ਕੋਲ ਦੋ ਫਾਰਮੂਲਾ ਯੂਜ਼ ਹੋਣਗੇ ਸੈਲਫ ਇੰਡਕਟੈਂਸ ਵਾਲਾ ਤੇ ਦੂਸਰਾ ਇੰਡਿਊਸਡ EMF ਵਾਲਾ। ਫਰਸਟ E ਇਜ਼ ਇਕੁਅਲ ਟੂ L DI ਅਪੋਨ DT, ਸੈਕਿੰਡ E ਇਜ਼ ਇਕੁਅਲ ਟੂ D ਫਾਈ ਅਪੋਨ DT। ਇਹ ਦੋਨੇ ਫਾਰਮੂਲਾਜ਼ ਨੂੰ ਯੂਜ਼ ਕਰਕੇ ਆਪਾਂ ਕੀ ਫਾਈਂਡ ਕਰਾਂਗੇ ਆਪਣੀ ਇਹ ਜਿਹੜੀਆਂ ਆਪਾਂ ਨੇ ਫਾਈਂਡ ਕਰਨੀਆਂ ਨੇ ਵੈਲਿਊਜ਼ ਇਹਨਾਂ ਨੂੰ ਫਾਈਂਡ ਕਰਾਂਗੇ। ਫਸਟਲੀ ਯੂਜ਼ ਦਿਸ ਫਾਰਮੂਲਾ। E ਦੀ ਵੈਲਿਊ ਹੈਗੀ 300, L ਦੀ ਵੈਲਿਊ 10, DI ਆਪਾਂ ਨੇ ਫਾਈਂਡ ਕਰਨਾ ਹੈ, DT ਦੀ ਵੈਲਿਊ ਕਿੰਨੀ ਹੈ 10 ਰੇਜ਼ ਟੂ ਪਾਵਰ -2 ਸੈਕਿੰਡ। DI 300 10 ਰੇਜ਼ ਟੂ ਪਾਵਰ -2 ਉੱਪਰ ਜਾ ਕੇ ਮਲਟੀਪਲਾਈ 'ਚ ਸਿੱਧਰ ਆ ਕੇ ਡਿਵਾਈਡ DI ਤਾਂ ਆਪਣੇ ਕੋਲ DI ਦੀ ਵੈਲਿਊ ਕਿੰਨੀ ਹੋ ਜੂਗੀ 0 ਨਾਲ 0 ਕੈਂਸਲ ਹੋ ਜੂਗੀ ਰਾਜੇ 30 ਇੰਟੂ 10 ਰੇਜ਼ ਟੂ ਪਾਵਰ -2 ਮਤਲਬ ਕਿ ਕਿੰਨਾ ਬਣ ਜੂਗਾ ਇਹ 0.3 ਐਂਪੀਅਰ। ਇਹ ਬਣ ਗਈ ਆਪਣੇ ਕੋਲ ਚੇਂਜ ਇਨ ਕਰੰਟ ਦੀ ਵੈਲਿਊ। ਸਮਝ ਲੱਗ ਗਈ ਕਿਵੇਂ ਨੀਚੇ ਆ ਜਾਊਗਾ 100 ਬਣ ਜੂਗਾ ਜਾਂ ਉਰੇ 10 ਰੇਜ਼ ਟੂ ਪਾਵਰ 1 ਹੈ -1 ਰਹਿ ਜੂ ਉਹ ਨੀਚੇ ਚਲਾ ਜਾਊਗਾ 0.3 ਐਂਪੀਅਰ। ਨੈਕਸਟ ਹੁਣ ਫਾਈਂਡ ਕਰਨਾ ਆਪਾਂ ਨੇ ਚੇਂਜ ਇਨ ਫਲਕਸ E। ਇਹ ਵਾਲਾ ਫਾਰਮੂਲਾ ਯੂਜ਼ ਕਰਦੇ ਹਾਂ। E ਦੀ ਵੈਲਿਊ ਕਿੰਨੀ ਹੈ 300, D ਫਾਈ ਆਪਾਂ ਨੇ ਫਾਈਂਡ ਹੀ ਕਰਨਾ ਹੈ, DT ਕਿੰਨਾ ਹੈ 10 ਰੇਜ਼ ਟੂ ਪਾਵਰ -2 ਤਾਂ 300 ਇੰਟੂ 10 ਰੇਜ਼ ਟੂ ਪਾਵਰ -2 ਇਜ਼ ਇਕੁਅਲ ਟੂ D ਫਾਈ। ਤਾਂ ਆਪਣੇ ਕੋਲ D ਫਾਈ ਕਿੰਨਾ ਆ ਜਾਊਗਾ ਇੱਥੋਂ ਕੈਂਸਲ ਹੋ ਕੇ ਕਿੰਨਾ ਰਹਿ ਜਾਊਗਾ ਸਿਰਫ 3 ਯੂਨਿਟਸ ਕੀ ਹੁੰਦੇ ਨੇ ਫਲਕਸ ਦੇ ਵੈਬਰ ਤੇ ਕੀ ਬਣ ਗਿਆ ਆਪਣੇ ਕੋਲ ਚੇਂਜ ਇਨ ਮੈਗਨੈਟਿਕ
फ्लक्स भी आपां ने की कर लिया, फाइंड कर लिया। ये सी सिंपल जिहा न्यूमैरिकल। नैक्सट है हुण राजे म्यूचुअल इंडक्टेंस ते बेस्ड न्यूमैरिकल। टू coils हैव म्यूचुअल इंडक्टेंस ऑफ 1.5 हैनरी। दो coils ने उन्होंने म्यूचुअल इंडक्टेंस मतलब कि कैपिटल M गिवन है आपां नूं 1.5 हैनरी। इफ करंट इन प्राइमरी सर्किट इज रेज टू 5 एम्पीयर इन 1 मिलीसैकेंड आफ्टर क्लोजिंग द सर्किट। कहते जे प्राइमरी सर्किट दे विच जिहड़ी प्राइमरी उहदे च जिहड़ा करंट है 5 एम्पीयर वध जावे किन्ने टाइम दे विच 1 मिलीसैकेंड। वट इज़ EMF इंड्यूस्ड इन द ਸਕੈਂਡਰੀ। ਤਾਂ ਜਿਹੜੀ ਸਕੈਂਡਰੀ ਕੋਇਲ ਹੈ ਉਹਦੇ ਵਿੱਚ ਕਿੰਨੀ EMF ਇੰਡਿਊਸ ਹੋਊਗੀ। M ਦੀ ਵੈਲਿਊ ਮਿਊਚੁਅਲ ਇੰਡਕਟੈਂਸ ਗਿਵਨ ਹੈ, ਚੇਂਜ ਇਨ ਕਰੰਟ ਹੈ ਇਹ ਰੇਜ਼ ਹੋਇਆ DI ਗਿਵਨ ਹੈ, ਟਾਈਮ ਕਿੰਨੇ ਟਾਈਮ ਦੇ ਵਿੱਚ DT 1 ਮਿਲੀਸੈਕਿੰਡ ਗਿਵਨ ਹੈ। ਫਾਈਂਡ ਕੀ ਕਰਨਾ ਆਪਾਂ ਨੇ EMF ਇੰਡਿਊਸਡ ਇਨ ਸਕੈਂਡਰੀ ਕੋਇਲ। ਲਿਖੋ ਪਹਿਲਾਂ ਲਿਖ ਲਓ ਗਿਵਨ ਕੀ ਕੁਛ ਹੈ ਆਪਣੇ ਕੋਲ। M 1.5 H ਗਿਵਨ ਹੈ। ਸੈਕਿੰਡ ਚੇਂਜ ਇਨ ਕਰੰਟ ਸੀ, ਕਰੰਟ ਇਨਕਰੀਜ਼ ਹੋਇਆ ਸੀ 5 ਐਂਪੀਅਰ। ਟਾਈਮ ਕਿੰਨਾ ਸੀ 1 ਮਿਲੀਸੈਕਿੰਡ ਸੀ ਰਾਜੇ। ਇਹਨੂੰ ਆਪਾਂ ਨੂੰ ਸੈਕਿੰਡ ਦੇ ਵਿੱਚ ਕਨਵਰਟ ਕਰਨਾ ਪਊਗਾ, ਕਿੰਨਾ ਆ ਜਾਊਗਾ 10⁻³ ਸੈਕਿੰਡ। ਫਾਈਂਡ ਕੀ ਕਰਨਾ ਹੁਣ ਆਪਾਂ ਨੇ ਇੱਥੇ EMF ਇੰਡਿਊਸਡ ਇਨ ਦਾ ਸਕੈਂਡਰੀ। ਤਾਂ ਫਾਰਮੂਲਾ ਕੀ ਹੁੰਦਾ ਆਪਣੇ ਕੋਲ, ਫਾਰਮੂਲਾ ਹੁੰਦਾ ਮਿਊਚੁਅਲ ਇੰਡਕਟੈਂਸ ਵਾਲਾ ਰਾਜੇ E = M DI/dt। ਸਿੰਪਲੀ ਇਹ ਫਾਰਮੂਲਾ ਯੂਜ਼ ਕਰੋ, ਵੈਲਿਊਜ਼ ਪੁੱਟ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਊਗਾ। M ਦੀ ਵੈਲਿਊ 1.5, DI 5, DT 10⁻³ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰ ਲਓ, ਕਿੰਨਾ ਆ ਜਾਊਗਾ 5 7.5 ਇੰਟੂ ਉੱਪਰ ਜਾ ਕੇ ਪਲੱਸ ਦਾ ਹੋ ਜਾਊਗਾ 10⁻³ ਵੋਲਟ। ਇਹ ਆ ਗਿਆ ਆਪਣੇ ਕੋਲ EMF ਇੰਡਿਊਸਡ ਇਨ ਦਾ ਸਕੈਂਡਰੀ। ਨੈਕਸਟ ਹੈ ਫੋਰਥ ਨਿਊਮੈਰੀਕਲ। 100 hertz AC is flowing in a 14 millihertz coil। 14 millihertz ਕਰਨ ਮਤਲਬ ਕਿ ਇੰਡਕਟੈਂਸ ਹੈ ਇਹ ਕਿਸੇ ਇੰਡਕਟਰ ਦੀ, ਤੇ ਇਹ ਕੀ ਹੈ ਫ੍ਰੀਕੁਐਂਸੀ ਹੈ। ਫਾਈਂਡ ਕੀ ਕਰਨੀ ਹੈ ਆਪਾਂ ਨੇ ਰਿਐਕਟੈਂਸ। ਜਦੋਂ ਇੰਡਕਟਰ ਹੈ ਉੱਥੇ ਕਿਹੜੀ ਇੰਡਕਟਿਵ ਰਿਐਕਟੈਂਸ ਹੁੰਦੀ ਹੈ। ਜਦੋਂ ਆਪਾਂ ਨੇ ਇਹਦਾ ਟੌਪਿਕ ਕੀਤਾ ਸੀ ਰਾਜੇ ਇੰਡਕਟਿਵ ਰਿਐਕਟੈਂਸ ਦਾ, ਉੱਥੇ ਫਾਰਮੂਲਾ ਫਾਈਂਡ ਕੀਤਾ ਸੀ ਇੰਡਕਟਿਵ ਰਿਐਕਟੈਂਸ ਦਾ। ਕੀ ਸੀ ਉਹ ਫਾਰਮੂਲਾ XL = ω/L। ਅੱਗੇ ਓਮੇਗਾ ਕਾਹਦੇ ਕੋਲ ਹੁੰਦਾ 2π/μL ਐਜ਼ ਇਟ ਇਜ਼। ਇਹ ਆ ਗਿਆ ਆਪਣੇ ਕੋਲ ਫਾਰਮੂਲਾ। ਇਹ ਫਾਰਮੂਲਾ ਯੂਜ਼ ਕਰਕੇ ਆਪਾਂ ਆਪਣਾ ਇਹ ਨਿਊਮੈਰੀਕਲ ਸੋਲਵ ਕਰਾਂਗੇ। ਫਸਟਲੀ ਗਿਵਨ ਕੀ ਕੁਛ ਹੈ L 14 mH ਹੈਨਰੀ। ਪਹਿਲਾਂ ਇਹਨੂੰ H 'ਚ ਕਨਵਰਟ ਕਰਨਾ ਪੈਣਾ 14 × 10⁻³ ਹੈਨਰੀ। ਨੈਕਸਟ ਆਪਣੇ ਕੋਲ ਨਿਊ ਫ੍ਰੀਕੁਐਂਸੀ ਹੈ 100 ਹਰਟਸ ਦਿੱਤੀ ਹੋਈ ਹੈ। ਇਹ ਆਪਾਂ ਫਾਰਮੂਲੇ 'ਚ ਪੁੱਟ ਕਰੀਏ। ਫਾਰਮੂਲੇ 'ਚ ਜਦੋਂ ਪੁੱਟ ਕੀਤੀ ਤਾਂ ਕੀ ਆਇਆ XL = 2π/22/7, ਨਿਊ ਫ੍ਰੀਕੁਐਂਸੀ 100, ਇੰਡਕਟੈਂਸ ਕਿੰਨੀ ਹੈ 14 × 10⁻³ ਸੋਲਵ ਕਰੋ 7 2s ਦਾ 14, 22 ਨਾਲ ਮਲਟੀਪਲਾਈ ਕਰੀ 44, 44 ਨੂੰ 2 ਨਾਲ ਮਲਟੀਪਲਾਈ ਕੀਤਾ 88 ਇੰਟੂ ਇਹ 10⁻² ਹੈ 10⁻³ ਹੈ, ਕਿੰਨੀ ਬਚ ਗਈ 10⁻⁻1 ਬਚ ਗਿਆ। ਤਾਂ ਕਿੰਨੀ ਬਣ ਜੂਗੀ XL = 8.8 ਓਮ। ਇਹ ਆ ਗਿਆ ਆਪਣੇ ਕੋਲ ਰਿਐਕਟੈਂਸ ਉਸ ਸਰਕਿਟ ਦੀ। ਉਸ ਸਰਕਿਟ ਦੇ ਵਿੱਚ ਕਿੰਨੀ ਰੈਜ਼ਿਸਟੈਂਸ ਹੈ 8.8 ਓਮ। ਨੈਕਸਟ ਆਪਣਾ ਨਿਊਮੈਰੀਕਲ ਟਰਾਂਸਫਾਰਮਰ ਤੇ ਬੇਸਡ ਹੈ ਰਾਜੇ। A power transmission line feeds input power at 2200 volt to a step down transformer। ਕੀ ਆ ਗਿਆ ਇੱਥੇ ਹੁਣ step down transformer with its primary winding having 3000 turns। ਕਹਿੰਦਾ ਸਟੈਪ ਡਾਊਨ ਟਰਾਂਸਫਾਰਮਰ ਹੈ, ਪ੍ਰਾਇਮਰੀ ਇਨਪੁਟ ਕਿੰਨੀ ਹੈ ਆਪਣੀ 2200 ਵੋਲਟ। ਮਤਲਬ ਕਿ ਆਪਾਂ ਨੂੰ ਕੀ ਦਿੱਤਾ ਹੋਇਆ ਪ੍ਰਾਇਮਰੀ ਇਨਪੁਟ ਦਿੱਤੀ ਹੋਈ ਹੈ EP ਕਿੰਨੀ ਹੈ 2200 ਵੋਲਟ with its primary winding having 3000 turns 3000 turns मतलब कि n primary number of turns primary number of turns किन्नियां ने 3000। find the number of turns in secondary to get the power output at 220 volt। कहना secondary coil विच number of turns find करो ताकि आपां नूं power output to get the power output 220 volt ते किन्नियां number of turns होनी चाहिए ने। मतलब कि आपां नूं ES भी दिता होया 220 volt find की करना है NS आपां ने की करना है फाइंड करना है। फॉर्मूला
ਸਟੈਪ ਡਾਊਨ ਟਰਾਂਸਫਾਰਮਰ ਲਈ ਫੋਰ ਸਟੈਪ ਡਾਊਨ ਟਰਾਂਸਫਾਰਮਰ ਫਾਰਮੂਲਾ ਤੁਹਾਨੂੰ ਯਾਦ ਹੋਣਾ ਚਾਹੀਦਾ ਰਾਜੇ। ਆਪਣੇ ਟਰਾਂਸਫਾਰਮਰ ਦੇ ਕੇਸ 'ਚ ਕੀਤਾ ਸਟੈਪ ਅਪ ਐਂਡ ਸਟੈਪ ਡਾਊਨ ਦੋ ਕੀਤੇ ਸੀ। NS upon NP is equal to ES upon EP। ਇਹ ਫਾਰਮੂਲਾ ਤੁਹਾਡੇ ਯਾਦ ਹੋਣਾ ਚਾਹੀਦਾ। ਹੁਣ ਸਿੰਪਲ ਵੈਲਿਊਜ਼ ਪੁੱਟ ਕਰਨੀਆਂ ਨੇ ਇਹਨਾਂ ਦੇ ਵਿੱਚ। NS ਤਾਂ ਆਪਾਂ ਨੇ ਫਾਈਂਡ ਹੀ ਕਰਨਾ। NP ਪ੍ਰਾਇਮਰੀ ਨੰਬਰ ਆਫ ਟਰਨਸ ਕਿੰਨੀਆਂ ਨੇ 3000 ਇੰਟੂ ES ਕਿੰਨਾ ਰਾਜੇ ਆਪਣੇ ਕੋਲ ਉਹ ਮਲਟੀਪਲਾਈ ਨਹੀਂ ਸੀ ਇਕੁਅਲ ਟੂ ਦਾ ਸਾਈਨ ਸੀ 220 2200। ਇਹਨੂੰ ਸੋਲਵ ਕਰ ਲਓ। NS is equal to ਇਹ 1/10 ਬਣ ਜੂਗਾ ਇੰਟੂ 3000। 0 ਨਾਲ 0 ਕੈਂਸਲ ਹੋ ਗਈ ਤਾਂ NS ਦੀ ਵੈਲਿਊ ਕਿੰਨੀ ਆ ਗਈ 300। ਸੈਕੰਡਰੀ ਕੋਇਲ ਦੇ ਵਿੱਚ ਕਿੰਨੀਆਂ ਨੰਬਰ ਆਫ ਟਰਨਸ ਹੋਣੀਆਂ ਚਾਹੀਦੀਆਂ ਨੇ 300 ਨੰਬਰ ਆਫ ਟਰਨਸ। ਨੈਕਸਟ ਨਿਊਮੈਰੀਕਲ ਹੈ a coil of 1 Henry and 100 ohm resistance has a peak voltage of 5√2 volt 50 hertz connected across it। ਇੱਕ coil ਹੈ ਇੰਡਕਟੈਂਸ ਮਤਲਬ ਕਿ ਨਾਲ ਦੀ ਨਾਲ ਲਿਖਦੇ ਰਿਹਾ ਕਰੋ। L ਦੀ ਵੈਲਿਊ 1 Henry, resistance ਕਿੰਨੀ ਦਿੱਤੀ ਹੋਈ ਹੈ 100 ohm resistance ਦਿੱਤੀ। has a peak voltage ਮਤਲਬ ਕੀ ਹੈ E ਨੋਟ। E ਨੋਟ ਕਿੰਨਾ ਦਿੱਤਾ ਹੋਇਆ ਆਪਾਂ ਨੂੰ 5√2 ਵੋਲਟ ਐਂਡ 50 ਹਰਟਸ ਤੋਂ ਹੀ ਪਤਾ ਲੱਗ ਰਿਹਾ ਰਾਜੋ ਕੀ ਹੋਊਗੀ ਫ੍ਰੀਕੁਐਂਸੀ ਨਿਊ ਇਜ਼ ਇਕੁਅਲ ਟੂ 50 ਹਰਟਸ ਹੈ ਆਪਣੀ। ਨੈਕਸਟ ਕਨੈਕਟਡ ਅਕਰੋਸ ਇਟ, ਇੱਕ ਕਨੈਕਟ ਕੀਤੇ ਹੋਏ ਨੇ। ਕੈਲਕੂਲੇਟ ਦਾ ਕਰੰਟ ਥਰੂ ਦਾ ਕੋਇਲ। ਉਸ ਕੋਇਲ ਦੇ ਵਿੱਚ ਹੁਣ ਆਪਾਂ ਨੇ ਕੀ ਫਾਈਂਡ ਕਰਨਾ ਹੈ ਕਿੰਨਾ ਕਰੰਟ ਫਲੋ ਕਰ ਰਿਹਾ ਹੈ ਤੇ ਕਿੰਨੀ ਉਹ ਪਾਵਰ ਐਬਜ਼ੋਰਬ ਕਰ ਰਿਹਾ ਹੈ। ਫਾਈਂਡ ਕੀ ਕੁਝ ਕਰਨਾ ਹੈ IV ਤੇ ਦੂਸਰੀ ਕੀ ਚੀਜ਼ ਯੂਜ਼ ਕਰਨੀ ਹੈ ਫਾਈਂਡ ਕਰਨੀ ਹੈ ਪਾਵਰ। ਇਹਦੇ 'ਚ 3-4 ਫਾਰਮੂਲੇ ਯੂਜ਼ ਹੋਣਗੇ ਰਾਜੇ। ਸਭ ਤੋਂ ਪਹਿਲਾਂ ਆਪਾਂ ਨੂੰ ਰਿਐਕਟੈਂਸ ਫਾਈਂਡ ਕਰਨੀ ਪਊਗੀ। ਇੰਡਕਟੈਂਸ ਸੀ XL ਓਮੇਗਾ L ਦੇ ਇਕੁਅਲ ਹੁੰਦੀ ਹੈ 2 ਪਾਈ ਨਿਊ L। ਮਤਲਬ ਕਿ ਪਾਈ ਨੂੰ ਐਜ਼ ਇਟ ਇਜ਼ ਰੱਖ ਲਓ ਆਪਾਂ ਫਿਰ ਯੂਜ਼ ਕਰ ਲਾਂਗੇ ਅੱਗੇ। 2 ਪਾਈ ਇੰਟੂ ਨਿਊ ਦੀ ਵੈਲਿਊ ਰਾਜੇ 50 ਦਿੱਤੀ ਹੋਈ ਹੈ। ਇੰਡਕਟੈਂਸ ਕਿੰਨੀ ਦਿੱਤੀ ਹੋਈ ਹੈ 1 ਤਾਂ XL ਦੀ ਵੈਲਿਊ ਆਪਣੀ ਆ ਗਈ 100 ਪਾਈ। ਪਹਿਲੀ ਚੀਜ਼ ਫਾਈਂਡ ਹੋ ਗਈ। ਨੈਕਸਟ ਨੂੰ ਆਪਾਂ ਫਾਈਂਡ ਕਰਾਂਗੇ ਇੰਪੀਡੈਂਸ Z ਕਾਹਦੇ ਇਕੁਅਲ ਹੁੰਦਾ ਹੈ R² ਪਲੱਸ XL ਦੇ ਸਕੁਅਰ ਦਾ √। R ਰੈਜ਼ਿਸਟੈਂਸ 100 ਦਾ ਸਕੁਅਰ ਪਲੱਸ XL 100 ਪਾਈ ਦਾ ਸਕੁਅਰ ਇਹਦਾ √। ਜਦੋਂ ਇਸ √, ਨੂੰ ਸੋਲਵ ਕੀਤਾ ਤਾਂ ਵੈਲਿਊ ਆਊਗੀ 3.3 ਇੰਟੂ 10⁻²। ਇੰਪੀਡੈਂਸ ਵੀ ਫਾਈਂਡ ਹੋ ਗਈ। ਥਰਡ ਹੁਣ ਫਾਰਮੂਲਾ ਹੁੰਦਾ ਹੈ ਕਰੰਟ ਲਈ IV ਇਜ਼ ਇਕੁਅਲ ਟੂ EV ਅਪੋਨ Z। ਇਸ ਲਈ ਆਪਾਂ ਨੇ ਕੀ ਫਾਈਂਡ ਕੀਤੀ ਸੀ ਪਹਿਲਾਂ XL ਕਿਉਂ ਫਾਈਂਡ ਕੀਤਾ ਇੰਪੀਡੈਂਸ ਫਾਈਂਡ ਕਰਨੀ ਸੀ। ਇੰਪੀਡੈਂਸ ਫਾਈਂਡ ਕੀਤੀ ਕਿਉਂਕਿ IV ਫਾਈਂਡ ਕਰਨਾ ਸੀ। ਹੁਣ ਆਪਣੇ ਕੋਲ EV ਵੀ ਨਹੀਂ ਹੈਗਾ। EV ਕਾਹਦੇ ਇਕੁਅਲ ਹੁੰਦਾ ਰਾਜੇ E ਨੋਟ ਬਾਏ √2 ਦੇ ਇੰਟੂ ਆਪਣੇ ਕੋਲ ਇੱਥੇ ਕੀ ਪਿਆ Z। E ਨੋਟ ਦੀ ਵੈਲਿਊ ਹੁਣ ਆਪਣੇ ਕੋਲ ਹੈਗੀ ਹੈ 5√2 ਅਪੋਨ √2 ਇੰਟੂ 3.3 ਇੰਟੂ 10⁻²। √2 ਨਾਲ √2 ਕੀ ਹੋ ਗਿਆ ਕੈਂਸਲ। ਜਦੋਂ 5 ਅਪੋਨ ਦਿਸ ਵਨ ਇਹਨੂੰ ਸੋਲਵ ਕੀਤਾ ਤਾਂ IV ਦੀ ਵੈਲਿਊ ਆ ਜੂਗੀ ਆਪਣੇ ਕੋਲ 1.52 ਇੰਟੂ 10⁻² ਐਂਪੀਅਰ। ਇਹ ਨੇ ਇਹਦੇ ਕਰੰਟ ਦੇ ਐਂਪੀਅਰ ਹੁੰਦੇ ਨੇ ਕਰੰਟ ਦੇ ਯੂਨਿਟਸ। ਦੋ ਵੈਲਿਊਜ਼ ਕਰੰਟ ਫਾਈਂਡ ਹੋ ਗਿਆ ਆਪਣਾ ਪਹਿਲਾਂ। ਹੁਣ ਆਪਣੇ ਕੋਲ ਆਪਾਂ ਨੇ ਪਾਵਰ ਦਾ ਫਾਰਮੂਲਾ ਫਾਈਂਡ ਕੀਤਾ ਸੀ P ਇਜ਼ ਇਕੁਅਲ ਟੂ EV IV cos phi ਐਂਡ cos phi ਕਾਹਦੇ 'ਚ ਹੁੰਦਾ R ਅਪੋਨ Z ਰੈਜ਼ਿਸਟੈਂਸ ਅਪੋਨ ਇੰਪੀਡੈਂਸ। ਵੈਲਿਊਜ਼ ਪੁੱਟ ਕਰ ਦਈਏ। EV ਦੀ ਵੈਲਿਊ E ਨੋਟ ਬਾਏ √2 IV R ਅਪੋਨ Z। EV ਦੀ ਵੈਲਿਊ IV ਐਜ਼ ਇਟ ਇਜ਼ cos phi ਦੀ ਵੈਲਿਊ R ਅਪੋਨ Z। ਹੁਣ ਵੈਲਿਊਜ਼ ਪੁੱਟ ਕਰੋ। E ਨੋਟ 5√2 ਅਪੋਨ √2 IV ਆ ਫਾਈਂਡ ਕੀਤਾ ਆਪਾਂ ਨੇ 1.52 ਇੰਟੂ 10⁻² ਇੰਟੂ ਰੈਜ਼ਿਸਟੈਂਸ 100 ਸੀ। Z ਫਾਈਂਡ ਕੀਤਾ ਸੀ 3.3 ਇੰਟੂ 10⁻²। ਜਦੋਂ ਸਾਰਾ ਸੋਲਵ ਕੀਤਾ ਸੋਲਵ ਕਰਨ ਤੋਂ ਬਾਅਦ ਮੇਰੇ ਕੋਲ ਪਾਵਰ ਦੀ ਵੈਲਿਊ ਆਊਗੀ
2.29 इंटू 10⁻⁻2 वोट। राजे मैं सोल्व नहीं करके दिखा रही क्योंकि इन्ना तुसी खुद कर सकते हो, ठीक है। नैक्सट हूँ अपना 7th न्यूमेरिकल है, फाइंड द मैक्सिमम वैल्यू ऑफ करंट when inductance of 2 Henry is connected to 150 volt 50 cycle supply। ਕਹਿੰਦੇ ਮੈਕਸਿਮਮ ਕਰੰਟ ਫਾਈਂਡ ਕਰੋ ਕਦੋਂ, ਜਦੋਂ ਇੰਡਕਟਰ ਜਿਹਦੀ ਇੰਡਕਟੈਂਸ ਕਿੰਨੀ ਹੈ 2 ਹੈਨਰੀ, ਕਿੰਨੀ ਵੋਲਟੇਜ ਸਪਲਾਈ ਨਾਲ ਕਨੈਕਟ ਹੈ 150 ਵੋਲਟ, ਸਾਈਕਲਸ ਤੋਂ ਮਤਲਬ ਕੀ ਹੈ ਫ੍ਰੀਕੁਐਂਸੀ, ਤੇ ਇੱਥੇ ਫ੍ਰੀਕੁਐਂਸੀ ਕਿੰਨੀ ਦਿੱਤੀ ਹੋਈ ਹੈ 50 ਹਰਟਸ। ਲਿਖੋ ਗਿਵਨ ਕੀ ਕੁਛ ਹੈ L = 2H, ਹੋਰ ਕੀ ਕੁਛ ਗਿਵਨ ਹੈ EV ਕਿੰਨਾ ਹੈ 150 ਵੋਲਟ, ਨਿਊ ਕਿੰਨੀ ਹੈ 50 ਹਰਟਸ, ਠੀਕ ਹੈ। ਹੁਣ ਆਪਾਂ ਨੇ ਫਾਈਂਡ ਕੀ ਕਰਨੀ ਹੈ ਰਾਜੇ, ਇੱਥੇ ਆਪਣੇ ਕੋਲ ਮੈਕਸਿਮਮ ਕਰੰਟ ਫਾਈਂਡ ਕਰਨਾ ਹੈ, ਮਤਲਬ ਕਿ ਆਈ ਨੋਟ ਦੀ ਵੈਲਿਊ ਆਪਾਂ ਨੇ ਕੀ ਕਰਨੀ ਹੈ ਫਾਈਂਡ ਕਰਨੀ ਹੈ। ਆਈ ਨੋਟ ਦਾ ਫਾਰਮੂਲਾ ਹੁੰਦਾ ਹੈ ਆਈ ਨੋਟ ਇਜ਼ ਇਕੁਅਲ ਟੂ ਈ ਨੋਟ ਅਪੋਨ XL ਹੁੰਦਾ। ਹੁਣ ਆਈ ਨੋਟ ਤਾਂ ਪਤਾ ਆਪਾਂ ਨੂੰ ਕੀ ਹੁੰਦਾ √2 EV ਹੋ ਜਾਊਗਾ, XL ਫਾਈਂਡ ਕਰਨਾ ਪੈਣਾ ਸਭ ਤੋਂ ਪਹਿਲਾਂ, ਤਾਂ XL ਕਾਹਦੇ ਇਕੁਅਲ ਹੋਊਗਾ 2πμL, XL = ω L ਦੇ ਇਕੁਅਲ ਹੁੰਦਾ ਰਾਜੀ। ਅੱਗੇ ω 2πμ × L ਪਹਿਲਾਂ ਨੂਮੈਰੀਕਲਸ 'ਚ ਵੀ ਦੱਸਿਆ, ਪਹਿਲਾਂ ਇਹ ਚੀਜ਼ ਫਾਈਂਡ ਕਰਦੇ ਹਾਂ। ਫੋਰ ਵੈਲਿਊਜ਼ ਪੁੱਟ ਕਰੋ 2 × 22/7 × ਫ੍ਰੀਕੁਐਂਸੀ 50 L2। ਜਦੋਂ ਇਹ ਲਿਖਿਆ ਉਸ ਤੋਂ ਬਾਅਦ ਕਿੰਨਾ ਆ ਜਾਊਗਾ ਇਹ ਆਪਣੇ ਕੋਲ 4400/7। ਜਦੋਂ ਇਹਨੂੰ ਡਿਵਾਈਡ ਕੀਤਾ ਤਾਂ ਵੈਲਿਊ ਆ ਜਾਊਗੀ 628.7 = ਇਹ ਆਪਣੇ ਕੋਲ ਕੀ ਆਈ ਹੈ XL। ਹੁਣ ਆਪਣੇ ਕੋਲ XL ਵੀ ਆ ਗਈ, E ਨੋਟ ਵੀ ਆਪਾਂ ਨੂੰ ਪਤਾ ਹੈ, ਤਾਂ I ਨੋਟ ਦੀ ਵੈਲਿਊ ਕੀ ਹੋ ਜੂਗੀ ਫਾਈਂਡ ਹੋ ਜੂਗੀ। ਦੇਖੋ if E नोट is peak value of alternating voltage, then maximum current is I नोट is equal to E नोट by XL। वैल्यूज पुट कर दिए √2 × EV ਅਪੋਨ XL। √2 ਦੀ ਵੈਲਿਊ 1.414, EV ਦਿੱਤਾ ਹੋਇਆ ਆਪਾਂ ਨੂੰ 150, XL ਦੀ ਵੈਲਿਊ ਅਸੀਂ 628.7। ਉੱਪਰ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਆਊਗਾ ਰਾਜੇ 212 × 1 ਅਪੋਨ 628 × 7। ਜਦੋਂ ਇਹਨੂੰ ਸੋਲਵ ਕੀਤਾ ਤਾਂ ਆਪਣੇ ਕੋਲ ਵੈਲਿਊ ਆ ਗਈ 0.337 ਐਂਪੀਅਰ। ਇਹ ਆ ਗਿਆ ਆਪਣੇ ਕੋਲ ਮੈਕਸਿਮਮ ਕਰੰਟ। नेक्स्ट न्यूमेरिकल है अ लाइट बल्ब रेटेड एट 100 वाट फॉर अ 220 वोल्ट। बल्ब है जिहदी पावर दिती हुई आपां नूं 100 वाट ते उहदी EV वोल्टेज कितनी दिती हुई है 220 वोल्ट। तीन चीज़ां फाइंड करनियां ने आपां ने, फर्स्ट रेजिस्टेंस, सेकंड पीक वोल्टेज, थर्ड RMS करंट। मतलब कि R फाइंड करना है, सेकंड की फाइंड करना है पीक वोल्टेज E नोट, थर्ड की फाइंड करना है RMS करंट IV। तीने फॉर्मूले सिंपल फॉर्मूले वैल्यूज पुट करांगे तो अपना आंसर आ जाएगा। फर्स्ट रेजिस्टेंस फाइंड करता P होंदा है EV² R, इतों R की वैल्यू निकल जाऊगी R इज इक्वल टू EV² E। EV 220 × 220 अपॉन 100, जो मल्टीप्लाई की कितना आ गया 484। सिंपल राजे फॉर्मूले पुट किया है P = EV² R, इतों आ इधर चला गया P नीचे आ गया, वैल्यूज पुट की तो कि आ गया 484 ओम। सेकेंड है हूँ अपने कोल पीक वोल्टेज फाइंड करनी है, फॉर्मूला ही पता राजे आप सीधे ही E नोट इज इक्वल टू √2 × EV। EV होंदा ना E नोट बाय √2, उतों फाइंड कर लिया 1.414 √2 की वैल्यू, EV की वैल्यू 220, तो अपने कोल E नोट आ गई राजे 311 पीक वोल्टेज भी फाइंड होगी। थर्ड की फाइंड करना आपने RMS करंट, अपने को IV = P अपॉन EV। थर्ड फॉर्मूला ये यूज़ करांगे आप। सिंपल वैल्यू पुट करनी है P 100 दिता होया है, EV 2
20 ਦਿੱਤਾ ਹੋਇਆ। ਜਦੋਂ ਇਹਨੂੰ ਸੋਲਵ ਕਰਾਂ 10/22, ਇੱਕ 0 ਨਾਲ 0 ਕੈਂਸਲ ਹੋ ਗਈ, ਅਤੇ ਸੋਲਵ ਕਰਨ ਤੋਂ ਬਾਅਦ ਆਊਗਾ 0.45 ਐਂਪੀਅਰ। ਇਹ ਆ ਗਈ ਰਾਜੇ ਆਪਣੇ ਕੋਲ RMS ਕਰੰਟ ਥਰੂ ਦਾ ਬਲਬ। ਫਸਟ ਆਪਾਂ ਨੇ ਫਾਈਂਡ ਕੀਤੀ ਸੀ ਰੈਜ਼ਿਸਟੈਂਸ, ਸੈਕਿੰਡ ਆਪਾਂ ਨੇ ਫਾਈਂਡ ਕੀਤੀ ਹੈ ਪੀਕ ਵੋਲਟੇਜ, ਥਰਡ ਆਪਾਂ ਨੇ ਫਾਈਂਡ ਕੀਤੀ ਹੈ RMS ਕਰੰਟ ਥਰੂ ਦਾ ਬਲਬ। ਇਹ ਸੀ ਰਾਜੇ ਆਪਣੇ ਨੂਮੈਰੀਕਲਸ ਉਸਤੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ 'ਤੇ ਬੇਸਡ। ਜੇ ਬੁੱਕ 'ਚੋਂ ਤੁਸੀਂ ਹੋਰ ਵੀ ਨੂਮੈਰੀਕਲ ਟਰਾਈ ਕਰ ਸਕਦੇ ਹੋ, ਡਿਫਰੈਂਟ ਨੂਮੈਰੀਕਲਸ ਦਿੱਤੇ ਹੋਏ ਨੇ। ਇਹ ਬੇਸਿਕ ਜੇ ਨੂਮੈਰੀਕਲ ਮੈਂ ਕਰਾਏ ਤੁਹਾਨੂੰ ਅੱਜ। ਓਕੇ, ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋਊਗਾ। ਥੈਂਕ ਯੂ ਸਟੂਡੈਂਟਸ।